ਕੈਨੇਡੀਅਨ ਦੁਆਬਾ ਟਾਈਮ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਜੀ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸ਼੍ਰੀ ਆਦੇਸ਼ ਪਰਮਿੰਦਰ ਸਿੰਘ ਜੀ, ਐਡੀਟਰ ਕੈਨੇਡੀਅਨ ਦੁਆਬਾ ਟਾਈਮਸ। ਹਾਂਜੀ ਆਦੇਸ਼ ਜੀ, ਇਸ ਤਰ੍ਹਾਂ ਹੈ ਕਿ ਇਸ ਵਕਤ ਤਾਂ ਸਭ ਤੋਂ ਵੱਡੀ ਜਿਹੜੀ ਪਰਮਾਤਮਾ ਅੱਗੇ ਦੁਆ ਆ ਕਿ ਚੋਣਾਂ ਦਾ ਜਿਹੜਾ ਇਹ ਵੇਲਾ ਹੈਗਾ ਨਾ ਸਹੀ ਸਲਾਮਤ ਨਿਕਲ ਜਾਵੇ। बड़ी इस वक्त हर आम बंदे दा दिल तरा तरा कर रहा है, क्योंकि हर आए दिन किते ना किते कोई मंदभागी जी घटना जी वापरनी शुरू हो गई है। तो हर बार इलैक्शनां दे नज़दीक जाके इवें ही हो रहा है। आ लो हुण एक नवीं खबर आ गई है कि लुधियाने दे विच कोर्ट कंपलैक्स दे विच बम ब्लास्ट हो गया। तुसीं इहदे बारे हुण की अपनी राय दिओगे? ये लगातार ही घटनावां वापर रही है जिहदे नाल पंजाब दा जिहड़ा हालात आ वो खराब करन दी इदां लगदा जिद्दां कोई साजिश घड़ी जा रही है। तां बेअदबी दे मुद्दे फिर उहदे पिछे नाल कपूरथला कांड भी है, उत्थे भी बेअदबी होई। बेअदबी नहीं चलो बदकिस्मती नाल जिहड़ी भी घटना जिद्दां दी भी वापरी भावें वो वापरी ते है। कोई राजनीतिक पार्टी कह लो, कोई एजेंसी कह लो, कोई पाकिस्तानी एजेंसी कह लो, कुछ भी होए, एक गल तो तय है कि इलैक्शन के कोल जाके जिद्दां पिछली चोणां दे दौरान मौल मंडी च धमाका आया सीगा, हाले तक नहीं पता भी की कीता की नहीं कीता, कुछ नहीं बढ़िया। इलैक्शन के कोल जाके कुछ ना कुछ इहो ਜਿਹੇ हालात बनाने की कोशिश की जाती है तां जो लोगों को किसी ढंग नाल परेशान किया जाए। बम धमाका अज लुधियाने के कोर्ट पुरानी कोर्ट कंपलैक्स च होया और वो बहुत खतरनाक धमाका सी जिन्हें पूरी बिल्डिंग तक ही बाकी नाल दियां आस पास दियां इमारतां भी बुरी तरह हिला के रख दी। ਉਹਦੇ ਵਿੱਚ ਬਿਲਡਿੰਗ ਦੇ ਤਾਂ ਸਾਰੇ ਸ਼ੀਸ਼ੇ ਜਿਹੜੇ ਸੀਗੇ ਕੋਰਟ ਕੰਪਲੈਕਸ ਦੇ ਉਹ ਤਾਂ ਟੁੱਟੇ ਤੇ ਏਡੇ ਉਹ ਜਿਹੜੇ ਉਹ ਪਿੱਲਰ ਸੀਗੇ ਮਜ਼ਬੂਤ ਸੀਮਤ ਦੇ, ਜਿਸ ਤਰ੍ਹਾਂ ਉਹ ਢਹਿ ਹੋਏ ਉੱਥੋਂ ਲੱਗਦਾ ਵੀ ਜੇ ਕਿਤੇ ਧਮਾਕਾ ਬਾਹਰ ਹੋਇਆ ਹੁੰਦਾ ਤੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਣਾ ਸੀ। ਦੂਜੀ ਗੱਲ ਦੱਸਿਆ ਇਹ ਜਾ ਰਿਹਾ, ਕੋਈ ਕਹਿ ਰਿਹਾ ਕਿ ਮਨੁੱਖੀ ਬੰਬ ਸੀ, ਕੋਈ ਕਹਿ ਰਿਹਾ ਕਿਉਂਕਿ ਹੋਇਆ ਇਹ ਧਮਾਕਾ ਬਾਥਰੂਮ 'ਚ, ਕੋਈ ਇਹ ਵੀ ਕਹਿ ਰਿਹਾ ਕਿ ਵੀ ਉੱਥੇ ਜਿਹੜੀਆਂ ਗੱਲਾਂ ਰਿਪੋਰਟਾਂ ਸਾਹਮਣੇ ਆ ਰਹੀਆਂ ਕਿ ਬਾਥਰੂਮ ਵਿੱਚ ਹੋਇਆ। ਹੋ ਸਕਦਾ ਜਿਹੜਾ ਬੰਦਾ ਧਮਾਕਾ ਕਰਨਾ ਚਾਹੁੰਦਾ ਸੀ ਉੱਥੇ ਫਿੱਟ ਕਰਨਾ ਚਾਹੁੰਦਾ ਸੀ ਜਾਂ ਉੱਥੋਂ ਉਹਦੀਆਂ ਬੰਬ ਦੀਆਂ ਕੋਈ ਤਾਰਾਂ ਤੂਰਾਂ ਸੈੱਟ ਕਰਦਾ ਰਿਹਾ ਸੀ, ਉਹਦੇ ਕੋਲ ਸੈੱਟ ਜਾਂ ਕਨੈਕਸ਼ਨ ਗਲਤ ਜੁੜ ਗਏ ਜਿਹੜਾ ਉਹ ਬਾਥਰੂਮ 'ਚ ਹੀ ਫਟ ਗਿਆ। ਅੱਛਾ ਜੀ। ਪਰ ਉੱਥੇ ਦੇ ਕੁਝ ਵਕੀਲ ਭਾਈਚਾਰੇ 'ਚੋਂ ਲੋਕ ਕਹਿ ਰਹੇ ਸੀ ਕਿ ਪਰਾਸ਼ ਦੀ ਬਹੁਤ ਜ਼ਿਆਦਾ ਸਮੈਲ ਆ ਰਹੀ ਸੀ, ਦੇਸੀ ਬੰਬ ਵੀ ਹੋ ਸਕਦਾ। ਕੁਛ ਵੀ ਹੋਵੇ, ਇੱਕ ਹੋਰ ਆ ਉੱਥੇ ਵੀ ਕੁਦਰਤੀ ਜਿਹੜੇ ਉੱਥੋਂ ਦੇ ਕੋਰਟ ਕੰਪਲੈਕਸ ਦੇ ਜੱਜ ਸਾਹਿਬਾ ਸੀ ਜੀ, ਉਹ ਅੱਜ ਕੁਦਰਤੀ ਜੱਜ ਸਾਹਿਬਾ ਛੁੱਟੀ ਤੇ ਸੀਗੀ। ਅੱਛਾ। ਛੁੱਟੀ ਤੇ ਹੋਣ ਕਰਕੇ ਵੀ ਉੱਤੋਂ ਵਕੀਲਾਂ ਦੀ ਹੜਤਾਲ ਸੀ। ਨਹੀਂ ਤਾਂ ਜੇ ਇਦਾਂ ਨਾ ਹੁੰਦਾ ਤਾਂ ਹੋ ਸਕਦਾ ਸੀ ਕੁਝ ਜ਼ਿਆਦਾ ਜਾਨੀ ਮਾਲੀ ਵੀ ਨੁਕਸਾਨ ਹੁੰਦਾ। ਬੰਬ ਧਮਾਕੇ ਦੇ ਨਾਲ ਉਹ ਬੰਦੇ ਦੀ ਲਾਸ਼ ਦੇ ਚੀਥੜੇ ਉੜ ਗਏ। ਇਹਦਾ ਮਤਲਬ ਇਹ ਹੋਇਆ ਵੀ ਜੇ ਕਿਤੇ ਉਹ ਬੰਬ ਉੱਥੋਂ ਬਾਹਰ ਲੈ ਕੇ ਉੱਥੇ ਬੰਬ ਉਹਨੇ ਤਾਰਾਂ ਮਿਲੀਆਂ ਸੈੱਟ ਕਰਕੇ ਬਾਹਰ ਹੀ ਲੈ ਕੇ ਜਾਣਾ ਸੀ, ਕਿਤੇ ਨਾ ਕਿਤੇ ਜਾਂਦਾ ਭੀੜ ਚ ਫੜਾਉਂਦਾ, ਕਿਉਂਕਿ ਲੁਧਿਆਣੇ ਚ ਭੀੜ ਕਿੱਦਾਂ ਰਹਿੰਦੀ ਹੈ ਸਭ ਨੂੰ ਪਤਾ ਹੀ ਹੈ। ਤੇ ਉਹਦੇ ਬਾਅਦ ਇਮੀਡੀਏਟਲੀ ਡਿਪਟੀ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਘਟਨਾ ਵਾਲੀ ਥਾਂ ਤੇ ਪਹੁੰਚ ਗਏ। ਉਹਨਾਂ ਨੇ ਘਟਨਾ ਨੂੰ ਮੰਦਭਾਗੀ ਦੱਸਿਆ, ਹੋਰਨਾਂ ਨੇ ਨੇਤਾਵਾਂ ਨੇ ਵੀ ਮੰਦਭਾਗੀ ਦੱਸਿਆ। ਕੇਜਰੀਵਾਲ ਸਾਹਿਬ ਨੇ, ਭਗਵੰਤ ਮਾਨ ਨੇ ਵੀ ਇਹ ਕਿਹਾ ਕਿ ਚੋਣਾਂ ਦੇ ਲਾਗੇ ਆ ਕੇ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਤੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਬਣਾਈ ਰੱਖਣੀ ਚਾਹੀਦੀ। ਸੁਖਬੀਰ ਬਾਦਲ ਹੋਰਾਂ ਨੇ ਕਿਹਾ ਕਿ ਦੇਖੋ ਜੀ ਇਹਨਾਂ ਕੋਲ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਸੰਭਲਦੀ ਪਈ, ਇਹ ਨਸ਼ਿਆਂ ਵਾਲੇ ਪਾਸੇ ਦੌੜੇ ਫਿਰਦੇ ਆ। ਤਾਂ ਨਸ਼ਿਆਂ ਵਾਲੇ ਪਾਸੇ ਤਾਂ ਚਲੋ ਕੀ ਦੌੜਨਾ, ਉਹਨਾਂ ਨੇ 4-5 ਟੀਮਾਂ ਬਣਾ ਕੇ ਜੇ ਇੱਧਰ ਉੱਧਰ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਕਰਨੀ ਹੈ ਉਹ ਤਾਂ ਪੁਲਿਸ ਕਰਦੀ ਹੈ। ਬਾਕੀ ਪੁਲਿਸ ਇੰਨੇ ਵਿੰਗ ਆ, ਬਾਕੀ ਸਾਰੀ ਪੁਲਿਸ ਸੁੱਤੀ ਥੋੜ੍ਹਾ ਪਈ, ਆਪਣੀ ਡਿਊਟੀ ਕਰਦੀ ਹੈ। ਜੇ ਬੰਦੇ ਨੇ ਚਾਹ ਹੀ ਲਿਆ ਕਿ ਮੈਂ ਆ ਕੇ ਲੈ ਕੇ ਵਾਰਦਾਤ ਕਰਨੀ ਹੈ ਤਾਂ ਉਹਨੂੰ ਫਿਰ ਕਿਤੇ ਵੀ ਕੋਈ ਰੋਕਣਾ ਜਿਹੜਾ ਆ ਮੁਸ਼ਕਲ ਹੋ ਜਾਂਦਾ। ਪੰਜਾਬ ਤਾਂ ਪਹਿਲੇ ਹਾਈ ਅਲਰਟ ਤੇ ਹੈ,
ਤੇ ਹਾਈਲਾਈਟ ਦੇ ਉੱਤੇ ਹੋਣ ਦੇ ਬਾਵਜੂਦ ਵੀ ਅਜਿਹੀ ਘਟਨਾ ਵਾਪਰੀ ਹੈ, ਉਹ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਖੜੇ ਕਰ ਦਿੰਦੀ ਹੈ। ਜਦੋਂ ਚਰਨਜੀਤ ਸਿੰਘ ਚੰਨੀ ਉੱਥੇ ਥੋੜੀ ਦੂਰੀ ਤੇ ਕਿਸਾਨਾਂ ਨਾਲ ਮੀਟਿੰਗ ਕਰਦੇ ਪਏ ਸੀਗੇ, ਉਹ ਵੀ ਵਾਪਸ ਆ ਗਏ। ਤੁਰੰਤ ਉੱਥੇ ਆ ਕੇ ਉਹਨਾਂ ਨੇ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ। ਘਟਨਾ 'ਚ 2 ਬੰਦੇ ਮਰ ਗਏ, ਵੱਧ ਦੇ ਦੱਸਿਆ ਜਾ ਰਿਹਾ ਕਿ ਬਾਕੀ ਕੁਝ ਸੀਰੀਅਸ ਵੀ ਹੈ, 6 ਦੇ ਲਗਭਗ ਜ਼ਖਮੀ ਵੀ ਹੋਏ, 6-7। ਫਿਰ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਵੀ ਇਹ ਮੈਨੂੰ ਵੀ ਘਟਨਾ ਦਾ ਮੰਦਭਾਗੀ ਆ, ਪਰ ਉਹਨਾਂ ਨੇ ਕਿਹਾ ਵੀ ਜਦੋਂ ਦੇ ਅਸੀਂ ਆ ਨਸ਼ਿਆਂ ਦੀ ਫੜੋ-ਫੜਾਈ ਸ਼ੁਰੂ ਕੀਤੀ ਹੈ, ਵੀ ਮੈਨੂੰ ਨਹੀਂ ਕਹਿੰਦੇ ਸਮਝ ਆਉਂਦੀ ਵੀ ਨਸ਼ਿਆਂ ਦੀ ਜਦੋਂ ਫੜੋ-ਫੜਾਈ ਸ਼ੁਰੂ ਕੀਤੀ ਉਹਦੇ ਬਾਅਦ ਹੀ ਬੇਅਦਬੀ ਦੀ ਘਟਨਾ ਦਰਬਾਰ ਸਾਹਿਬ 'ਚ ਵਾਪਰ ਜਾਂਦੀ ਹੈ। ਉਹਦੇ ਬਾਅਦ ਹੀ ਕਪੂਰਥਲੇ ਵਾਲੀ ਘਟਨਾ ਅਗਲੇ ਦਿਨ ਨਾਲ ਹੀ ਵਾਪਰਦੀ ਹੈ। ਤੇ ਉਹਦੇ ਬਾਅਦ ਹੀ ਹੁਣ ਨਾਲ ਹੀ ਜਦੋਂ ਫੜੋ-ਫੜਾਈ ਸ਼ੁਰੂ ਕੀਤੀ ਹੈ ਤੇ ਲੁਧਿਆਣੇ ਦਾ ਬੰਬ ਧਮਾਕਾ ਹੋ ਗਿਆ। ਉਹਨਾਂ ਨੇ ਮੁੱਖ ਗੱਲ ਵੀ ਘਟਨਾ ਨੂੰ ਮੰਦਭਾਗੀ ਦੱਸਿਆ ਤੇ ਇਹਦੇ ਤਾਰ ਜਿਹੜੇ ਆ ਉਹਨਾਂ ਨੇ ਜਿੱਦਾਂ ਕਿਹਾ ਕਿ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਜਦੋਂ ਤੇਜ਼ੀ ਵਿਖਾਈ ਹੈ, ਉਧਰਲੇ ਪਾਸੇ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਅੱਛਾ ਜੀ। ਹੁਣ ਨਸ਼ਾ ਤਸਕਰ ਜਿਹੜੇ ਕੋਈ ਵੀ ਹੋਣ, ਜ਼ਰੂਰੀ ਥੋੜਾ ਮਜੀਠੀਆ ਸਾਹਿਬ ਤਾਰਾਂ ਤਾਂ ਜੁੜੀਆਂ ਹੀ ਹੈ। ਜਦੋਂ ਪੁਲਿਸ ਨੇ ਵੈਰੀਫਿਕੇਸ਼ਨ ਕਰਨੀ ਆ, ਅੱਗੇ ਤੋਂ ਅੱਗੇ ਇਨਵੈਸਟੀਗੇਸ਼ਨ ਕਰਨੀ ਆ, ਤੇ ਕਈ ਬੰਦੇ ਹਿੱਲ ਗਏ ਹੋਣੇ ਆ ਵੀ ਜੇ ਉਹ ਮਜੀਠੀਆ ਸਾਹਿਬ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਨੈਚੁਰਲੀ ਉਹ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਤਾਂ ਕਰਨਗੇ, ਪਰ ਇਦਾਂ ਵੀ ਕਰ ਸਕਦੇ। ਤੁਹਾਨੂੰ ਕੀ ਲੱਗਦਾ ਕਿ ਇਹ ਇਹੋ ਜਿਹਾ ਕੋਈ ਮੋਟਿਵ ਹੋ ਸਕਦਾ ਹੈਗਾ ਜਿਹੜਾ ਵੀ ਕੋਈ ਗੈਂਗ ਹੋਏਗਾ ਜਾਂ ਕੋਈ ਵੀ ਆ ਜੋ ਇਸ ਤਰੀਕੇ ਦੇ ਨਾਲ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ, ਜਾਂ ਇਹਦੇ ਪਿੱਛੇ ਕੋਈ ਹੋਰ ਤਾਕਤ ਹੋ ਸਕਦੀ ਜਿਹੜੀ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀ ਆ ਬਾਰ-ਬਾਰ? ਉਹਨਾਂ ਦਾ ਕੀ ਇਹੀ ਮੋਟਿਵ ਹੋਏਗਾ ਕਿ ਅਸੀਂ ਸਿਰਫ ਨਸ਼ਿਆਂ ਦੇ ਜਿਹੜਾ ਹੈਗਾ ਇਹ ਕਰਨ ਲੱਗੇ ਇਸ ਕਰਕੇ ਇਹਨੂੰ ਡਰਾ ਸਕੀਏ ਸਰਕਾਰ ਨੂੰ, ਜਿਹੜੀ ਮੌਕੇ ਦੀ ਸਰਕਾਰ ਆ? ਇੱਦਾਂ ਤਾਂ ਮੇਰੇ ਮਨ ਦੇ ਵਿੱਚ ਨਹੀਂ ਇਹ ਗੱਲ ਆਉਂਦੀ ਪਈ ਕਿ ਕਿਉਂਕਿ ਹਰ ਵਾਰੀ ਇਲੈਕਸ਼ਨ ਦੇ ਨੇੜੇ ਜਾ ਕੇ ਕੋਈ ਨਾ ਕੋਈ ਇਹੋ ਜਿਹੀਆਂ ਘਟਨਾਵਾਂ ਪੈਦਾ ਹੁੰਦੀਆਂ, ਹਰ ਵਾਰੀ ਹੁੰਦੀਆਂ, ਔਰ ਆਮ ਪਬਲਿਕ ਨੂੰ ਇਸ ਦਾ ਨੁਕਸਾਨ ਹੋ ਰਿਹਾ। ਫਿਰ ਮੋਟਿਵ ਹੋਰ ਕੋਈ ਹੋ ਸਕਦਾ ਹੈਗਾ, ਜ਼ਰੂਰੀ ਨਹੀਂ ਹੈ ਕਿ ਇਹਦੇ ਵਿੱਚ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਤੇ ਉਹ ਡਰਾ ਰਹੇ ਹੋਣਗੇ ਸਰਕਾਰ ਨੂੰ। ਇਹ ਜ਼ਰੂਰੀ ਤਾਂ ਨਹੀਂ ਆ, ਪਰ ਘਟਨਾਵਾਂ ਵਾਪਰੀਆਂ ਕਿੱਦਾਂ? ਜਦੋਂ ਉਸ ਟਾਈਮ ਦੇ ਉੱਤੇ ਧਮਾਕੇ ਹੋਏ ਸੀ ਤੇ ਨਸ਼ਾ ਤਸਕਰੀ ਦੀ ਗੱਲ ਤਾਂ ਉਦੋਂ ਤੋਂ ਹੀ ਸ਼ੁਰੂ ਸੀ। ਜੇ ਉਦੋਂ ਤੋਂ ਸ਼ੁਰੂ ਸੀ ਤਾਂ ਉਹ ਡਰਾਉਣ ਵਾਸਤੇ ਕੁਝ ਵੀ ਤਾਂ ਕਰ ਸਕਦੇ ਆ। ਨਸ਼ਾ ਤਸਕਰੀ ਇੱਕ ਥੋੜਾ ਆ ਪੰਜਾਬ ਦੇ ਵਿੱਚ ਵੀ ਇੱਕ ਫੜ ਲਿਆ, ਕਈ ਆ। ਉਹਨਾਂ ਦਾ ਨੈਟਵਰਕ ਪੂਰੀ ਤਰ੍ਹਾਂ ਦੂਰ ਤੱਕ, ਗੁਜਰਾਤ ਤੱਕ ਦਾ ਫੈਲਿਆ ਹੈ। ਉੱਥੋਂ ਵੀ ਕਿੰਨੇ 4000 ਕਰੋੜ ਦਾ ਉਹ ਫੜੀ ਜਾਂਦੀ, ਉਹਦੇ ਤਾਰ ਜਾ ਕੇ ਪੰਜਾਬ ਦੇ ਅੰਮ੍ਰਿਤਸਰ ਨਾਲ ਜਾ ਕੇ ਜੁੜ ਜਾਂਦੇ। ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਵੀ ਇਹਨਾਂ ਦਾ ਸੰਬੰਧ ਨਹੀਂ ਹੋ ਸਕਦਾ, ਨਸ਼ਾ ਤਸਕਰਾਂ ਦਾ ਵੀ ਸੰਬੰਧ ਹੋ ਸਕਦਾ। ਸਭ ਤੋਂ ਵੱਡੀ ਸੂਈ ਤਾਂ ਉਧਰ ਹੀ ਹੁਣ ਘੁੰਮਦੀ ਪਈ ਹੈ। ਜੇ ਚਰਨਜੀਤ ਸਿੰਘ ਚੰਨੀ ਪੜ੍ਹੇ ਲਿਖੇ ਇੰਟੈਲੈਕਚੁਅਲ ਪਰਸਨ ਸਾਰਾ ਕੁਝ ਆ, ਉਹਨਾਂ ਨੂੰ ਇਨਪੁਟ ਕੁਝ ਨਾ ਕੁਝ ਪੁਲਿਸ ਤੋਂ, ਕੁਝ ਉਹਨਾਂ ਦਾ ਆਪਣਾ CID ਵਿਭਾਗ ਆ, ਹੋਰ ਆ, ਇਨਪੁਟਸ ਤਾਂ ਉਹਨਾਂ ਨੂੰ ਵੀ ਮਿਲੀਆਂ ਹੋਣਗੀਆਂ। ਹੁਣ ਜੇ ਤੁਸੀਂ ਇਹਨੂੰ ਜੋੜੋਗੇ, ਪੰਜਾਬ ਦੇ ਹਾਲਾਤ ਤਾਂ ਸ਼ਾਂਤੀਪੂਰਵਕ ਹੀ ਚੱਲ ਰਹੇ ਆ। ਸਿੱਖਾਂ ਦੇ ਦੋਵਾਂ ਦਾ ਕੋਈ ਰੌਲਾ ਨਹੀਂ ਹੈਗਾ, ਨਾ ਮੁਸਲਮਾਨਾਂ ਦਾ ਕੋਈ ਰੌਲਾ। ਯੂਪੀ ਜਾਊਗਾ, ਪੰਜਾਬ 'ਚ ਥੋੜਾ ਕੋਈ ਰੌਲਾ। ਹਿੰਦੂ ਤੇ ਸਿੱਖ ਆਪਸ ਵਿੱਚ ਟਕਰਾਉਂਦੇ ਪਏ। ਫਿਰ ਬੇਅਦਬੀਆਂ ਤੇ ਹਿੰਦੂਆਂ ਦੇ ਮੰਦਿਰ ਵੀ ਤੋੜ ਦਿੱਤੇ, ਉਹ ਮੰਦਿਰ ਸਾਰੇ ਕੀ ਨਾ ਤੋੜ ਭੰਨ ਕੀਤੀ, ਚੋਰੀ ਕੀਤੀ। ਕ੍ਰਿਸ਼ਨ ਦੀਆਂ ਮੂਰਤੀਆਂ ਕੁਝ ਇੱਧਰ ਅਜਨਾਲੇ ਵਾਲ ਤੇ ਕੁਝ ਫਤਿਹਗੜ੍ਹ ਚੂੜੀਆਂ ਰੋਡ ਤੇ ਇੱਧਰ ਲੁਧਿਆਣੇ ਲਾਗੇ ਵੀ ਫੋਟੋਆਂ ਦੀ ਤੋੜ ਭੰਨ ਕੀਤੀ ਸ਼ਰਾਬ ਦੀਆਂ ਅਨਸਰਾਂ ਦੀ। ਤੇ ਇਹ ਮਕਸਦ ਕੀ ਹੈ? ਇਸ ਟਾਈਮ ਤੇ ਮੁੱਦਾ ਕੀ ਚੱਲਦਾ ਪਿਆ? ਇਸ ਟਾਈਮ ਤੇ ਮੁੱਦਾ ਤਾਂ ਮੇਨ ਚੱਲਦਾ ਪਿਆ ਸੀ ਨਸ਼ਿਆਂ ਦਾ। ਤੇ ਉਹ ਆਪਸ ਚ ਲੜੀ ਜਾਂਦੇ ਕਿ ਬੇਅਦਬੀ ਦੇ ਜਿਹੜੇ ਪੁਰਾਣੇ ਮਸਲੇ ਆ, ਭਾਈ ਸਾਹਿਬ ਉਹਨੂੰ ਹੱਲ ਕਰੋ, ਜਾਂ DGP ਬਦਲੋ, ਜਾਂ ਜੋ ਮਰਜ਼ੀ ਕਰੋ। ਉਹ ਫੜੋਗੇ ਢੰਗ ਨਾਲ। ਜੇ ਕੈਪਟਨ ਨੇ ਨਹੀਂ ਫੜਿਆ, ਜੇ ਕੈਪਟਨ ਅਮਰਿੰਦਰ ਸਿੰਘ 4.5 ਸਾਲ ਨਹੀਂ ਕੁਝ ਕਰ ਸਕਿਆ, ਤਾਂ ਤੁਸੀਂ ਤਾਂ ਕੁਝ ਕਰਕੇ ਵਿਖਾਓ। ਤੇ DGP ਬਦਲ ਕੇ ਅਗਲੇ ਨੇ ਸਪੀਡ ਨਾਲ ਉਹ ਕੰਮ ਕੀਤੇ। ਜਦੋਂ ਉਹਨਾਂ ਨੇ ਕੀਤੇ ਤਾਂ ਉਹਨਾਂ ਦੀਆਂ ਗੱਲਾਂ ਨੂੰ ਦੇਖ ਕੇ ਇਹੀ ਲੱਗਦਾ ਹੈ ਵੀ ਨਸ਼ਾ ਤਸਕਰੀ ਦੇ ਜਦੋਂ ਇਹਨਾਂ ਨੇ ਕਾਰਵਾਈਆਂ ਸ਼ੁਰੂ ਕੀਤੀਆਂ, ਵਾਕਈ ਘਟਨਾਵਾਂ ਤਾਂ ਉਹਦੇ ਬਾਅਦ ਹੀ ਵਾਪਰਨੀਆਂ ਸ਼ੁਰੂ ਹੋਈਆਂ। ਹੁਣ ਕਿੰਨੇ ਇਹਨੂੰ ਅੰਜਾਮ ਦਿੱਤਾ, ਕਿੰਨੇ ਨੂੰ ਦਿੱਤਾ, ਇਹਦਾ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ। ਇਨਵੈਸਟੀਗੇਸ਼ਨ ਦਾ ਇਹ ਚਾਹੇ ਹਿੰਦੁਸਤਾਨ ਦੀ IB ਨੇ ਅਲਰਟ ਕੀਤਾ ਸੀ ਕਿ ਘਟਨਾਵਾਂ ਵਾਪਰ ਸਕਦੀਆਂ, ਤੇ ਧਿਆਨ ਤਾਂ ਇਹਨਾਂ ਨੇ ਵੀ ਦਿੱਤਾ। ਪੁਲਿਸ ਤਾਂ ਲਾਈ ਹੈ, ਜਿੱਥੇ ਲੱਗੀ ਹੈ ਲਾਈ ਹੈ। ਹੋਰ ਐਕਟਿਵ ਕਰਨੀ ਚਾਹੀਦੀ ਪੁਲਿਸ, ਫਲੈਗ ਮਾਰਚ ਕਰ ਦਿਓ। ਪਰ ਮੈਂ ਇਹਦੇ ਪਿੱਛੇ ਇੱਕ ਹੋਰ ਵੀ ਕਾਰਨ ਦੇਖਦਾ ਪਿਆ ਵੀ ਜਿਹੜਾ ਮੈਨੂੰ ਲੱਗਦਾ ਕਿ ਗਲਤ ਆ, ਉਹ ਇਹ ਹੈ ਕਿ ਧੜ SSP ਜਿਹੜੇ ਬਦਲੇ ਜੀ,
ਉਹ ਵੀ ਗਲਤ ਹੋ ਗਿਆ ਕੰਮ, ਕਿਉਂਕਿ ਐਸਐਸਪੀ ਜਿਹੜਾ ਬੈਠਾ ਸੀ 5-6 ਮਹੀਨੇ 5-6 ਮਹੀਨੇ ਤੋਂ ਜਦ ਲਾਗੇ ਆਇਆ ਜਾਂ ਬਦਲ ਕੇ ਆਇਆ, ਤੁਸੀਂ ਉਹਨਾਂ ਸਾਰਿਆਂ ਨੂੰ ਚੱਕ ਕੇ ਥੋਕ ਦੇ ਭਾਅ ਬਦਲਤਾ। ਫਿਰ ਥੱਲੇ ਦੱਸਣ ਵਾਲੇ ਜਿਹੜੇ ਐਸਪੀ ਸੀਗੇ ਉਹ ਵੀ ਚੱਕ ਕੇ ਸਾਰੇ ਬਦਲਾਤੇ, ਕਿ ਇਹਨੂੰ ਚੱਕ ਕੇ ਮੋਹਾਲੀ ਲਾਤਾ, ਕਿ ਇਹਨੂੰ ਜਲੰਧਰ ਲਾਤਾ, ਕਿ ਇਹਨੂੰ ਬਠਿੰਡੇ ਲਾਤਾ, ਕਿ ਇਹਨੂੰ ਪਠਾਨਕੋਟ ਲਾਤਾ। ਜਿਹੜੇ 5-6 ਮਹੀਨੇ ਤੋਂ ਬੈਠੇ ਸੀ ਉਹਨਾਂ ਦੇ ਕੋਲ ਹਰ ਤਰ੍ਹਾਂ ਦੇ ਲਿੰਕ ਹੁੰਦੇ ਆ, ਨੈਟਵਰਕ ਹੁੰਦਾ, ਲੋਕਾਂ ਨੂੰ ਆ ਕੇ ਲੋਕ ਆਪਣਾ ਨਾਮ ਗੁਪਤ ਰੱਖ ਕੇ ਕੋਈ ਨਾ ਕੋਈ ਉਹਨਾਂ ਨੂੰ ਜਾਣਕਾਰੀ ਦੇ ਦਿੰਦੇ ਆ ਤੇ ਭਾਈ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਇੱਥੇ ਫਲਾਣੇ ਬੰਦੇ ਆ ਸ਼ਰਾਰਤ ਕਰ ਸਕਦੇ ਆ, ਤਾਂ ਉਹ ਅਲਰਟ ਹੋ ਜਾਂਦੇ ਆ। ਬਿਲਕੁਲ ਸਹੀ ਗੱਲ ਤੁਹਾਡੀ ਇਹ। ਤੁਸੀਂ ਡੀਐਸਪੀ ਵੀ ਸਾਰੇ ਚੱਕ ਕੇ ਬਦਲਾਤੇ, ਕਿ ਇਹਨੂੰ ਪਠਾਨਕੋਟ ਭੇਜਤਾ, ਕਿ ਇਹਨੂੰ ਗੁਰਦਾਸਪੁਰ ਬਟਾਲੇ ਵਾਲੇ ਨੂੰ ਚੁੱਕ ਕੇ ਹੁਸ਼ਿਆਰਪੁਰ ਵਾਲੇ ਨੂੰ ਚੁੱਕ ਕੇ ਬਟਾਲੇ ਲਾਤਾ, ਇੱਥੋਂ ਜਲੰਧਰ ਚੁੱਕ ਕੇ ਉਧਰ ਲਾਤਾ, ਉਹਨੂੰ ਸਾਰਾ ਕੁਝ ਹੀ ਬਦਲ ਕੇ ਰੱਖ ਦਿੱਤਾ। ਤੇ ਪੁਲਿਸ ਵੀ ਕੀ ਕਰੂਗੀ? ਜਿਹੜਾ ਨਵਾਂ ਬੰਦਾ ਆਇਆ ਆ ਉਹਨਾਂ ਨੇ এনवायरमेंटल ਹੋਣ ਲਈ 2 ਮਹੀਨੇ ਲੱਗ ਜਾਣੇ। ਹਾਂ, ਜਿਹੜੇ ਇਹੋ ਜਿਹੇ ਸੈਂਸਿਟਿਵ ਮੌਕੇ ਤੇ ਤੁਸੀਂ ਜਿਹੜੇ ਬਦਲਨੇ ਆ, ਇੱਕ ਦੋ ਬਦਲ ਲਓ ਕਿ ਸਾਰੇ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਰਲ ਗਏ। ਸਾਰੇ ਥੋੜਾ ਰਲ ਗਏ ਤੇ ਤੁਸੀਂ ਇਧਰੋਂ ਚੁੱਕ ਕੇ ਉਧਰੋਂ ਕੀ ਸਿੱਧ ਕਰਨਾ ਚਾਹੁੰਦੇ ਹੋ ਕਿ ਹੁਣ ਮੈਂ ਆ ਗਿਆ ਆਇਆ ਕਿੰਨੇ ਟਾਈਮ ਲਈ ਹੋ ਯਾਰ? ਤੁਸੀਂ ਆਏ 2 ਮਹੀਨੇ ਲਈ, 3 ਮਹੀਨੇ ਲਈ, ਵੱਧ ਤੋਂ ਵੱਧ ਅੱਗੇ ਹੋਰ ਹਫਤੇ 10 ਦਿਨਾਂ ਚ ਕੋਡ ਆਫ ਕੰਡਕਟ ਲੱਗ ਜਾਣਾ। ਔਰ ਇਹ ਜਿਹੜੇ ਡੀਐਸਪੀ ਜਾਂ ਐਸਐਸਪੀ ਜਾਂ ਐਸਪੀ ਜਿਹੜੇ ਤਿੰਨੇ ਥੋਕ ਦੇ ਭਾਅ ਤੇ ਬਦਲੇ ਔਰ ਹੇਠ ਉੱਪਰ ਹੀ ਬਦਲੀ ਗਏ, ਉਹਦੇ ਨਾਲ ਇੱਕ ਅਸਥਿਰਤਾ ਦਾ ਮਾਹੌਲ ਮੈਂ ਸਮਝਦਾ, ਮੇਰੀ ਨਿੱਜੀ ਰਾਏ ਹੈ, ਬਾਕੀ ਪਤਾ ਨਹੀਂ ਕੀ ਹੈ। ਸਹੀ ਗੱਲ ਆ ਤੁਹਾਡੀ। ਉਹਦੇ ਨਾਲ ਮਾਹੌਲ ਜਿਹੜਾ ਆ ਉਹਨਾਂ ਦੇ ਪੁਲਿਸ ਵਾਲਿਆਂ ਦੇ ਹੱਥੋਂ ਕਮਾਂਡ ਨਿਕਲੀ। ਹੁਣ ਦੋਸ਼ ਜਿਹਨੂੰ ਮਰਜ਼ੀ ਦੇਈ ਜਾਓ। ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਹਾਲੇ ਵੀ ਵਕਤ ਆ, ਜਿਹੜੇ ਬੰਦੇ ਐਸਐਸਪੀ ਹੈ 117 ਹੋਣਗੇ ਜਾਂ 120 ਹੋਣ, 125 ਹੋ ਸਕਦੇ, ਇਹਨਾਂ ਨੂੰ ਚੁੱਕ ਕੇ ਫੇਰ ਜਿਹੜੇ ਜਿੱਥੇ ਸੀਗੇ ਕੋਈ ਫਰਕ ਨਹੀਂ ਪੈਂਦਾ, ਇਹਨਾਂ ਨੂੰ ਉੱਥੇ ਉਹਨਾਂ ਜ਼ਿਲ੍ਹਿਆਂ 'ਚ ਭੇਜਣਾ ਚਾਹੀਦਾ, ਨਾ ਕਿ ਆਪਣਾ ਨਿੱਜੀ ਸਵਾਰਥ ਦੇਖੋ ਤੁਸੀਂ ਵੀ ਇਹਨੂੰ ਬਦਲ ਕੇ ਤੇ ਉੱਥੇ ਲਾ ਦਾਂਗੇ ਤੇ ਕੈਪਟਨ ਦਾ ਰੌਲਾ ਖਤਮ ਹੋ ਜਾਊਗਾ। ਕੈਪਟਨ ਅਮਰਿੰਦਰ ਦਾ ਰੌਲਾ ਉਹਦਾ ਵੀ ਖਤਮ ਹੋਣਾ। ਪੁਲਿਸ ਵਾਲਿਆਂ ਨੇ ਡਿਊਟੀਆਂ ਕਰਨੀਆਂ, ਪੁਲਿਸ ਵਾਲਿਆਂ ਨੇ ਨੌਕਰੀ ਕਰਨੀ ਆ, ਉਹਨਾਂ ਨੇ ਹੁਕਮ ਉਹਦਾ ਹੀ ਵਜਾਉਣਾ ਆ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ। ਉਹਨਾਂ ਨੇ ਕੈਪਟਨ ਅਮਰਿੰਦਰ ਤੋਂ ਕੀ ਲੈਣਾ ਦੇਣਾ? ਬਿਲਕੁਲ ਸਹੀ ਗੱਲ। ਪਰ ਤੁਸੀਂ ਸਾਰੀ ਸੁਰੱਖਿਆ ਜਿਹੜੀ ਆ ਉਹ ਦਾਅ ਦੇ ਉੱਤੇ ਲਾਈ, ਡਿਸਟਰਬ ਕਰਦੇ ਰੱਖੋ, ਉਹ ਡਿਸਟਰਬ ਕਰ ਦਿੱਤੀ। ਨਵਾਂ ਬੰਦਾ, ਤੁਸੀਂ ਮੈਨੂੰ ਦੱਸੋ ਨਾ, ਨਵਾਂ ਬੰਦਾ ਜਦੋਂ ਵੀ ਕੋਈ ਆਂਦਾ ਆ ਉਸ ਬੰਦੇ ਨੂੰ ਹਫਤਾ 10 ਦਿਨ ਤਾਂ ਇਹ ਨਹੀਂ ਪਤਾ ਲੱਗਦਾ ਵੀ ਇੱਥੇ ਫਾਰ ਐਗਜ਼ਾਮਪਲ ਹੁਸ਼ਿਆਰਪੁਰ ਹੀ ਹੈ, ਇੱਥੇ ਕਿਹੜਾ ਕਾਂਡ ਕਦੋਂ ਹੋਇਆ, ਕਿਹਦੀ ਗੱਡੀ ਕਦੋਂ ਫੂਕੀ, ਕੀ ਹੋਇਆ, ਕੀ ਚੱਲ ਰਿਹਾ, ਕੀ ਪ੍ਰੈਜ਼ੈਂਟ ਮਾਹੌਲ ਆ, ਚੋਰੀ ਦੀਆਂ, ਲੁੱਟਾਂ ਦੀਆਂ, ਖੋਹਾਂ ਦੀਆਂ ਘਟਨਾਵਾਂ ਕੀ ਹੈ ਕੀ ਨਹੀਂ, ਕਿਹੜੇ ਅਪਰਾਧੀ ਤਸਕਰ ਜਿਹੜੇ ਫਰਾਰ ਆ ਕਿਹੜੇ ਨਹੀਂ ਹੈ। ਉਹ ਨਵਾਂ ਬੰਦਾ ਜਾਊਗਾ ਉਹਨੂੰ 2-3 ਮਹੀਨੇ ਉੱਦਾਂ ਹੀ ਲੱਗਦੇ ਆ। ਇਹ ਇਹਨਾਂ ਨੇ ਗਲਤੀ ਕੀਤੀ, ਹਾਲੇ ਵੀ ਸੁਧਾਰ ਲੈਣੀ ਚਾਹੀਦੀ ਹੈ। ਜਿਹੜੇ ਪੁਰਾਣੇ ਐਸਐਸਪੀ ਆ ਜਾਂ ਐਸਪੀ ਆ ਜਾਂ ਡੀਐਸਪੀ ਆ, ਉਹਨਾਂ ਸਾਰੀ ਟੀਮ ਨੂੰ ਨਹੀਂ ਛੇੜਨਾ ਚਾਹੀਦਾ, ਉਹਨਾਂ ਨੂੰ ਦੁਬਾਰਾ ਲਿਆ ਕੇ ਉਹਨਾਂ ਨੂੰ ਉੱਥੇ ਪੁੱਟ ਕਰ ਦੇਣ ਤਾਂ ਜੋ ਪੰਜਾਬ ਦੇ ਹਾਲਾਤ ਕਿਸੇ ਢੰਗ ਨਾਲ ਮਤਲਬ ਪੈਰਾਂ ਤੇ ਆ ਜਾਣ। ਲੇਕਿਨ ਜਿਸ ਤਰ੍ਹਾਂ ਇਹ ਡੇ ਬਾਈ ਡੇ ਉਹਦੇ ਲੜੀ ਤੁਰ ਰਹੀ ਆ, ਉਸ ਤੋਂ ਸਭ ਤੋਂ ਵੱਡੀ ਗੱਲ ਕਿ ਆਈਬੀ ਏਜੰਸੀ ਜਿਹੜੀ ਆ ਸਭ ਤੋਂ ਮਤਲਬ ਪਰਫੈਕਟ ਏਜੰਸੀ ਆ ਹਿੰਦੁਸਤਾਨ ਦੀ। ਆਈਡੀ ਜਾਂ ਸੀਬੀਆਈ ਇਹ ਤਾਂ ਚਲੋ ਛੱਡੋ, ਇਹਨਾਂ ਦੇ ਕੰਮ ਹੀ ਅਲੱਗ ਆ। ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ, ਕੋਈ ਧਰਮ ਚੌਧਰੀ ਕਈ ਵੱਡੇ ਲੀਡਰ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ ਕਿ ਸੈਂਟਰ ਦੀਆਂ ਏਜੰਸੀਆਂ ਦਾ ਵੀ ਹੱਥ ਹੋ ਸਕਦਾ ਜੀ, ਹੱਦ ਹੋ ਗਈ ਯਾਰ। ਮੋਦੀ ਸਾਹਿਬ ਨੂੰ ਉਹਨਾਂ ਦੇ ਅੰਡਰ ਏਜੰਸੀਆਂ, ਉਹਨਾਂ ਨੂੰ ਕੀ ਲੈਣਾ ਦੇਣਾ ਇਹਨਾਂ ਇਹੋ ਜਿਹੇ ਕੰਮਾਂ ਨਾਲ। ਇੱਥੇ ਕਿਹੜੇ ਯੂਪੀ 'ਚ ਜੋ ਮਰਜ਼ੀ ਹੁੰਦਾ ਰਹੇ, ਇੱਥੇ ਤਾਂ ਹਿੰਦੂ ਸਿੱਖ ਸਾਰੇ ਸਾਂਝੇ ਹੀ ਲਗਭਗ ਬਰਾਬਰ ਦੀ ਰੇਸ਼ੋ 'ਚ ਜਾਂ 19-21 ਦਾ ਫਰਕ ਹੈ। 40% ਉਹ ਹੋਣਗੇ, 62-63%, 64% ਇਹ ਹੋ ਸਕਦੇ। ਇਹਨਾਂ ਦੇ ਵਿੱਚ ਤਾਂ ਕੋਈ ਇਦਾਂ ਦਾ ਰੌਲਾ ਹੀ ਨਹੀਂ। ਇੱਥੇ ਧਮਾਕੇ ਕਰਾ ਕੇ ਬੀਜੇਪੀ ਨੂੰ ਜਾਂ ਮੋਦੀ ਸਰਕਾਰ ਦੀਆਂ ਏਜੰਸੀਆਂ ਨੂੰ ਇੱਥੇ ਕੀ ਮਿਲਣਾ? ਐਵੇਂ ਉਹਦੇ ਉੱਤੇ ਆਈਬੀ ਏਜੰਸੀ ਜਿਹੜੀ ਆ ਬੜੀ ਫੇਅਰ ਆ, ਜੋ ਮੇਰਾ ਮੰਨਣਾ ਹੈ। ਉਹਨਾਂ ਨੇ ਇਹਨਾਂ ਨੂੰ ਪ੍ਰੋਪਰ ਇਨਪੁਟਸ ਦੇ ਦਿੱਤੀਆਂ ਸੀ ਵੀ ਇਦਾਂ ਦੇ ਹਾਲਾਤ ਜਿਹੜੇ ਆ ਇਹ ਬਣ ਸਕਦੇ ਆ, ਤੇ ਹੁਣ ਹੀ ਅਲਰਟ ਹੋ ਜਾਣ। ਮੈਂ ਨਹੀਂ ਕਹਿੰਦਾ ਸਾਰੇ ਚੱਕੇ ਐਸਐਸਪੀ ਫਿਰ ਉੱਥੇ ਲਾ ਦੋ, ਨਾ ਕੋਈ ਮੇਰੇ ਕੋਲ ਪਾਵਰ ਹੈ, ਪਰ ਮੇਰੀ ਇੱਕ ਨਿੱਜੀ ਰਾਏ ਆ ਕਿ ਇਹਦੇ ਨਾਲ ਵੀ ਇੱਕ ਅਸਥਿਰਤਾ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਆ ਕਿ ਤੁਸੀਂ ਸਾਰੇ ਹੀ ਥੋਕ ਦੇ ਭਾਅ ਦੇ ਉੱਤੇ ਐਸਐਸਪੀ ਚੱਕ ਕੇ ਇੱਧਰ ਦੇ ਉੱਧਰ ਬੰਦੇ ਨੂੰ 10 ਦਿਨ ਤਾਂ ਜਿੱਥੇ ਜਾਂਦਾ ਡਿਊਟੀ ਬਦਲ ਕੇ ਦੂਜੇ ਕੋਨੇ ਤੇ ਜਾਂਦਾ, ਉਹਨੂੰ 10 ਦਿਨ ਨੀਂਦ ਨਹੀਂ ਆਉਂਦੀ, ਸਮਾਨ ਹੀ ਸੰਭਾਲਦਾ ਰਹਿੰਦਾ ਆਪਣਾ, ਉਹ ਡਿਊਟੀ ਕੀ ਕਰੂਗਾ? ਅੱਛਾ ਦੇਵ ਜੀ, ਅਗਲਾ ਸਵਾਲ ਹੈ, ਅਗਲਾ ਜਿਹੜੀ ਮਸ਼ਹੂਰ ਖਬਰ ਆਈ ਹੈ ਕਿ ਕੈਪਟਨ ਸਾਹਿਬ ਵੱਲੋਂ 2 ਬੰਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਜਿਹੜੇ ਨੇ ਰਜਿੰਦਰ ਸਿੰਘ ਰਾਜਾ ਅਤੇ ਬਘੇਲ ਸਿੰਘ, ਦੋਵਾਂ ਨੂੰ ਆਪਣੀ ਜਿਹੜੀ ਪਾਰਟੀ ਦੇ ਵਿੱਚ ਪੰਜਾਬ ਲੋਕ ਕਾਂਗਰਸ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਆ। ਇਹਦੇ ਬਾਰੇ ਥੋੜੇ ਆਪਣੇ ਵਿਚਾਰ ਸਾਂਝੇ ਕਰੋ। ਅਸੀਂ ਕੁਝ ਦਿਨ ਪਹਿਲਾਂ ਹੀ ਕਿਹਾ ਸੀਗਾ ਕਿ ਬੀਜੇਪੀ ਦੇ ਨਾਲ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਮਿਲ ਗਏ
ਤੇ ਉਹਨਾਂ ਦੇ ਕੋਲ ਸਾਰਿਆਂ ਦੇ ਭੇਤ ਹੈਗੇ ਆ, ਜਿੰਨੇ ਵੀ ਪੰਜਾਬ ਦੇ ਐਮਐਲਏ ਆ 117 ਐਮਐਲਏ ਹੋਣਗੇ ਤੇ 150 ਲਗਭਗ ਉਹਨਾਂ ਨੇ ਓਐਸਡੀ ਲਾਤਾ ਦਾ ਹੀ। ਬਹੁਤ ਸਾਰੇ ਓਐਸਡੀ ਸੀ, ਇੱਟ ਪੁੱਟੋ ਦੇ ਓਐਸਡੀ, ਮੈਂ ਵੀ ਓਐਸਡੀ ਤੇ ਤੂੰ ਵੀ ਓਐਸਡੀ, ਸਾਰੇ ਹੀ ਓਐਸਡੀ ਸੀ। ਉਹਨਾਂ ਦਾ ਕੰਮ ਕੀ, ਹਰ ਐਮਐਲਏ ਦੇ ਮਗਰ ਸੀ, ਹਰ ਮੰਤਰੀ ਦੇ ਮਗਰ ਸੀ। ਅੱਛਾ, ਕਿਹਨੂੰ ਮਿਲਣਾ ਤੇ ਕਿਹਨੂੰ ਧੱਕਾ ਮਾਰਨਾ, ਸਾਰੇ ਉਹਨਾਂ ਕੋਲ ਪਾਵਰ ਸੀ। ਸਰਕਾਰ ਤੇ ਅਸਲੀ ਚਲਾਈ ਹੋ ਰਹੀ। ਅੱਛਾ ਜੀ, ਅਸੀਂ ਕੱਲ ਪਰਸੋਂ ਦੇ ਪ੍ਰੋਗਰਾਮ 'ਚ ਕਹੀ ਸੀ ਕਿ ਕੈਪਟਨ ਅਮਰਿੰਦਰ ਨੂੰ ਸਾਰਿਆਂ ਦੀਆਂ ਪਤਾ, ਚਾਹੇ ਉਹ ਮੰਤਰੀ ਆ, ਚਾਹੇ ਸੰਤਰੀ ਆ, ਚਾਹੇ ਉਹ ਐਮਐਲਏ ਆ, ਕੁੰਡੀਆਂ ਕੈਪਟਨ ਅਮਰਿੰਦਰ ਸਿੰਘ ਤੋਂ ਸਾਰੀਆਂ ਹੈਗੀਆਂ। ਕਿਹਾ ਸੀ ਕਿ ਨਹੀਂ ਕਿਹਾ ਸੀ? ਅੱਜ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਕਿ ਪੰਜਾਬ ਦੇ ਸਾਰੇ ਐਮਐਲਏ ਜਿੰਨੇ ਹੈਗੇ ਆ ਉਹਨਾਂ ਦੇ ਰੇਤ ਮਾਫੀਆ ਨਾਲ ਸੰਬੰਧ ਜੁੜੇ ਹੋਏ ਆ। ਅੱਛਾ ਜੀ, ਪਰ ਮੈਂ ਨਾਂ ਨਹੀਂ ਉਜਾਗਰ ਕਰਨਾ ਚਾਹੁੰਦਾ, ਉਹ ਪਿੱਛੇ ਬਚੇ ਕਿਹੜਾ ਜਿਹੜੇ ਨਾਂ ਨਹੀਂ ਦੱਸਣਾ ਚਾਹੁੰਦੇ। ਅੱਛਾ, ਇਹਦਾ ਮਤਲਬ ਇਹ ਹੋਇਆ ਕਿ ਮਤਲਬ ਜੇ ਉਹ ਕਹਿ ਰਿਹਾ ਕਿ ਰੇਤ ਮਾਫੀਆ ਨਾਲ ਜੁੜੇ ਆ, ਜਿਹੜੇ ਰੇਤ ਮਾਫੀਆ ਨਾਲ ਖਨਨ ਨਾਲ ਜੁੜੇ ਆ, ਤਾਂ ਉਹ ਤੁਸੀਂ ਕੀ ਸੋਚਦੇ ਹੋ ਕਿ ਸ਼ਰਾਬ ਵਾਲਿਆਂ ਨਾਲ ਜੁੜੇ ਨਹੀਂ, ਨਸ਼ੇ ਦੇ ਕਾਰੋਬਾਰ ਨਾਲ ਜੁੜੇ ਨਹੀਂ ਹੋਣਗੇ? ਨਸ਼ੇ ਦੇ ਕਾਰੋਬਾਰ ਨਾਲ ਵੀ ਕਈ ਜੁੜੇ ਹੋਣੇ, ਕਈ ਬੰਦੇ ਕਰਪਸ਼ਨ ਦੇ ਵਿੱਚ, ਪੈਸੇ ਖਾਣ ਪੀਣ ਦੇ ਵਿੱਚ ਵੀ ਕਈ ਕੁਝ ਬਣਾਇਆ ਹੋਣਾ। ਕੈਪਟਨ ਅਮਰਿੰਦਰ ਨੂੰ ਸਾਰਾ ਕੁਝ ਪਤਾ, ਮਤਲਬ ਕਿ ਇਹਨਾਂ ਦਾ ਪੂਰਾ ਧਿਆਨ ਸੀਗਾ ਸ਼ੁਰੂ ਤੋਂ ਹੀ ਕਿ ਆਹ ਬੰਦਾ ਇੱਥੇ ਕਰਪਟ ਹੈਗਾ, ਇਹਨੂੰ ਖਾਈ ਪੀ ਜਾਣ ਦੋ। ਆਹ ਤੇ ਜੇ ਵਕਤ ਆਇਆ ਤੇ ਸੰਭਾਲਾਂਗੇ, ਬਾਅਦ ਲੰਬੇ ਹੱਥੀ ਉਹਨੂੰ ਸੰਭਾਲਣ ਲੱਗੇ। ਹਾਂ, ਹੁਣ ਦੇਖੋ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਕਰਪਟੀ ਉਹਨਾਂ ਦੇ ਕੋਲ ਇਕੱਠੇ ਹੋ ਜਾਣਗੇ। ਹਾਂਜੀ, ਪਰ ਉਹਨਾਂ ਦੀਆਂ ਪਾਵਰਾਂ ਕੈਪਟਨ ਅਮਰਿੰਦਰ ਦੀਆਂ ਇਦਾਂ ਆ ਵੀ ਉਹ ਗੇਮ ਪਲਾਨ ਇਲੈਕਸ਼ਨ ਦਾ ਚੇਂਜ ਕਰ ਸਕਦੇ ਆ। ਹਾਂਜੀ, ਜਿੰਨੀ ਤੇਜ਼ੀ ਨਾਲ ਆਪਣੀ ਸਪੀਡ ਉਹ ਵਿਖਾ ਰਹੇ ਆ ਕਿ ਪਹਿਲਾਂ ਆਲੀਵਾਲ ਸ਼ਾਮਲ ਕੀਤਾ, ਫਿਰ ਇੱਕ ਦੋ ਚਾਰ ਹੋਰ ਕੀਤੇ ਸ਼ਾਮਲ। ਇੱਥੋਂ ਹੁਸ਼ਿਆਰਪੁਰ ਦਾ ਮੌਂਟੀ ਪਾਸੀ ਨੰਦਾ, ਇਧਰੋਂ ਕੁਲਦੀਪ ਨੰਦਾ ਜ਼ਿਲ੍ਹਾ ਪ੍ਰਧਾਨ ਜੀ, ਉਹ ਉੱਥੋਂ ਪ੍ਰਧਾਨਗੀ ਲੈ ਕੇ ਆਉਂਦੇ ਆ। ਠੀਕ ਆ, ਪਤਾ ਨਹੀਂ ਕਿੰਨੀ ਮਿਹਨਤ ਨਾਲ ਉਹਨਾਂ ਨੇ ਪ੍ਰਧਾਨਗੀ ਕਿਹਦੇ ਹੱਥ ਜੋੜੇ ਹੋਣੇ ਆ ਤੇ ਪ੍ਰਧਾਨਗੀ ਲਈ। ਤੇ ਪ੍ਰਧਾਨਗੀ ਲੈਂਦੇ ਉਹਨਾਂ ਦਾ ਜਿਹੜਾ ਸੱਚੀ ਰਾਈਟ ਬਾਰ ਸਮਝਿਆ ਜਾਂਦਾ ਮੌਂਟੀ ਪਾਸੀ, ਉਹ ਪੰਜਾਬ ਕਾਂਗਰਸ 'ਚ ਅਗਲੇ ਦਿਨ ਹੀ ਸ਼ਾਮਲ ਹੋ ਗਏ। ਤੇ ਕੁਲਦੀਪ ਨੰਦਾ ਦੇ ਟਾਈਮ ਦੇ ਉੱਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਗੱਲ ਕਰ ਲਓ ਤਾਂ ਉਹ ਵੀ ਤੁਹਾਨੂੰ ਪਤਾ ਹੀ ਹੈ ਕਿ ਮੰਤਰੀ ਦੇ ਟਾਈਮ ਦੇ ਉੱਤੇ ਡਾਕਟਰ ਰਾਜਕੁਮਾਰ ਜਦੋਂ ਖੜਾ ਹੋਇਆ ਤੇ ਹੁਸ਼ਿਆਰਪੁਰ ਦੀ ਸੀਟ ਡਾਊਨ ਚੱਲ ਗਈ। ਪ੍ਰਧਾਨ ਤਾਂ ਆਪਣੀ ਵੀ ਵਿਚਾਰਾ ਮੰਤਰੀ ਰੁੜੇ ਵਾਲੀ ਜਿਹੜੀ ਸੀਟ ਕੰਸਟੀਚੁਐਂਸੀ ਉਹ ਵੀ ਨਹੀਂ ਬਚਾ ਸਕੇ। ਉਤੋਂ ਨਵਾਂ ਸਿਆਪਾ ਇਹ ਪੈ ਗਿਆ ਕਿ ਮੌਂਟੀ ਪਾਸੀ ਉਹਦਾ ਵੀ ਚੰਗਾ ਜਨਾਧਾਰ ਹੈ, ਉਹ ਕੈਪਟਨ ਸਾਹਿਬ ਨਾਲ ਪੰਜਾਬ ਲੋਕ ਕਾਂਗਰਸ 'ਚ ਸ਼ਾਮਲ ਹੋ ਗਿਆ। ਹੁਣ ਅੱਜ ਉਧਰੋਂ ਖਬਰ ਆਈ ਆ ਕਿ ਕਿਹੜੇ ਥਾਂ ਤੋਂ ਸੀ ਮੈਨੂੰ ਯਾਦ ਨਹੀਂ ਆ ਰਿਹਾ, ਰਜਿੰਦਰ ਸਿੰਘ ਰਾਜਾ, ਇਹ ਸੰਗਰੂਰ ਤੋਂ ਨੇ। ਹਾਂ, ਸੰਗਰੂਰ ਤੋਂ ਰਜਿੰਦਰ ਸਿੰਘ ਰਾਜਾ, ਉਹ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ। ਅੱਛਾ ਜੀ, ਉਹਦਾ ਸ਼ਾਮਲ ਹੋਣਾ। ਉਹ ਜ਼ਿਲ੍ਹਾ ਪ੍ਰਧਾਨ ਦਾ ਤੁਸੀਂ ਮਤਲਬ ਸਮਝ ਲਓ ਕਿ ਕੋਈ ਵੀ ਜ਼ਿਲ੍ਹੇ ਦੀ ਕਾਂਗਰਸ ਹੋਵੇ ਉਹਦੇ ਘੱਟੋ ਘੱਟ 400-500 ਤੋਂ ਵੱਧ ਤਾਂ ਵਰਕਰ ਹੀ ਹੁੰਦੇ ਆ ਜਿਹੜੇ ਕਿ ਕਾਰਜਕਾਰਨੀ 'ਚ ਸ਼ਾਮਲ ਕਰਦੇ, ਤੇ ਕਈ ਅਹੁਦੇਦਾਰ ਹੁੰਦੇ। ਜੇ ਉਹ ਸ਼ਾਮਲ ਹੋ ਜਾਂਦੇ ਆ ਉਹ ਤਾਰਾਂ ਕਿੱਥੋਂ ਤੱਕ ਘਿਰ ਜਾਣਗੀਆਂ ਉਸ ਸੰਗਰੂਰ ਜ਼ਿਲ੍ਹੇ ਦੀਆਂ, ਇਹ ਤੁਸੀਂ ਆਈਡੀਆ ਲਗਾਓ। ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਤਗੜਾ ਝਟਕਾ ਦਿੱਤਾ ਔਰ ਦੇਣਾ ਹੀ ਸੀ। ਔਰ ਇਦਾਂ ਇਹ ਰਵਾਇਤ ਫਿਰ ਪੈਣੀ। ਔਰ ਤੁਸੀਂ ਗਾਂ ਦੇਖੋ ਹੁੰਦਾ ਕੀ ਹੈ। ਗੁਰਦਾਸਪੁਰ ਦੇ ਵਿੱਚ ਬਘੇਲ ਸਿੰਘ ਇੱਕ ਵੱਡਾ ਨਾਂ ਸੀ, ਜਿੱਦਾਂ ਸੁੱਚੇ ਸਿੰਘ ਛੋਟੇਪੁਰ ਦਾ ਨਾਮ ਵੱਜਦਾ ਸੀ। ਉਹ ਠੀਕ ਉਹਦੀ ਗੱਦੀ ਦੇ ਉੱਤੇ ਹੀ ਉਹ ਆ ਕੇ ਬੈਠਾ ਸੀ ਔਰ ਉਹਨੇ ਮਿਹਨਤ ਬਘੇਲ ਸਿੰਘ ਉਹਨਾਂ ਨੇ ਬਹੁਤ ਕੀਤੀ। ਅੱਛਾ ਜੀ, ਟਿਕਟ ਦੇ ਮਜ਼ਬੂਤ ਦਾਅਵੇਦਾਰ ਸੀ। ਹਾਂਜੀ, ਆਮ ਆਦਮੀ ਰੌਲਾ ਤਾਂ ਬੜਾ ਪਾਉਂਦੀ ਹੈ ਕਿ ਵੀ ਆਪਾਂ ਜੀ ਕਾਂਗਰਸ ਦਾ ਕੂੜਾ ਕਰਕਟ ਨਹੀਂ ਇਕੱਠਾ ਕਰਨਾ, ਜਾਂ ਆਹ ਨਹੀਂ ਕਰਨਾ ਜਾਂ ਉਹ ਨਹੀਂ ਕਰਨਾ। ਹਾਂਜੀ, ਫਿਰ ਇਹਨਾਂ ਦੀ ਅੱਖ ਉਧਰ ਵੀ ਲੱਗੀ ਸੀ। ਇਹਨਾਂ ਨੇ ਕਾਂਗਰਸ ਪਾਰਟੀ ਦਾ ਜਿਹੜੇ ਰਮਨ ਬੈਲ ਸੀ, ਜਿਹੜੇ ਕੋਲ ਪੰਜਾਬ ਦਾ ਚੇਅਰਮੈਨ ਦਾ ਅਹੁਦਾ ਸੀ, ਉਹਨੇ ਉਸ ਤੋਂ ਪਹਿਲਾਂ ਅਹੁਦਾ ਛਡਾਤਾ, ਉਹਨੇ ਉਸ ਬੰਦੇ ਨੇ ਅਹੁਦਾ ਛੱਡਿਆ। ਅੱਛਾ ਜੀ, ਉਹਦੀ ਥਾਂ ਦੇ ਉੱਤੇ ਫਿਰ ਉਹ ਆਮ ਆਦਮੀ ਪਾਰਟੀ 'ਚ ਉਹਨੂੰ ਸ਼ਾਮਲ ਕਰ ਲਿਆ। ਅੱਛਾ ਜੀ, ਤੇ ਬੜੇ ਖੁਸ਼ ਹੋਏ। ਉਹਨੇ ਉੱਥੇ ਜਿਹੜਾ ਬਘੇਲ ਸਿੰਘ ਸੀ ਉਹਨੇ ਲੱਗਾ ਕਿ ਯਾਰ ਵੀ ਮੈਨੂੰ ਤਾਂ ਨਜ਼ਰਅੰਦਾਜ਼ ਕਰ ਦਿੱਤਾ ਤੇ ਮੈਂ ਹੁਣ ਅਕਾਲੀਆਂ 'ਚ ਤਾਂ ਜਾ ਨਹੀਂ ਸਕਦਾ, ਛੋਟੇਪੁਰ ਤਾਂ ਉੱਧਰ ਚਲ ਗਿਆ, ਮੈਂ ਕਿੱਧਰ ਜਾਵਾਂ? ਤੇ ਇੰਨੀ ਮਿਹਨਤ ਕੀਤੀ ਸਾਰੀ ਖੂਹ 'ਚ। ਉਹਨੇ ਜਿਹੜੇ ਬੰਦੇ ਜੋੜੇ ਹੋਣਗੇ ਉੱਥੇ ਵੱਡੀ ਤਾਦਾਦ 'ਚ, ਕੱਲ ਤੱਕ ਦੀ ਤਰੀਕ 'ਚ ਤਾਂ ਇਦਾਂ ਲੱਗਦਾ ਸੀਗਾ ਕਿ ਜਿੱਦਾਂ ਆਮ ਆਦਮੀ ਪਾਰਟੀ ਨੇ ਕੋਈ ਬੜੀ ਵੱਡੀ ਮੱਲ ਮਾਰ ਲਈ ਹੈ ਤੇ ਚੰਗੀਆਂ ਕੁਰਸੀਆਂ ਵੀ ਉੱਥੇ ਖਾਲੀ ਰਹਿ ਗਈਆਂ, ਉਹ ਵਿਚਾਰਾ ਪਠਾਨਕੋਟ ਭੱਜ ਗਿਆ। ਅੱਛਾ ਜੀ, ਹੁਣ ਕੇਜਰੀਵਾਲ ਆਊਗਾ ਜਾਂ ਜਿੱਥੇ ਵੀ ਜਾਊਗਾ, ਜਦੋਂ ਗੁਰਦਾਸਪੁਰ ਜਾਊਗਾ ਉੱਥੇ ਹਾਲਾਤ ਫਿਰ ਬੜੇ ਟਿਪੀਕਲ ਬਣਨਗੇ, ਕੁਰਸੀਆਂ ਸ਼ਾਇਦ ਖਾਲੀ ਲੱਭਣ, ਕਿਉਂਕਿ ਬਘੇਲ ਸਿੰਘ ਦਾ ਜਾਣਾ ਉੱਥੇ ਇੱਕ ਬੜਾ ਵੱਡਾ ਰਫੜਾ। ਔਰ ਸਭ ਤੋਂ ਵੱਡੀ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਾ ਰਲਣਾ
ਉਹ ਉੱਥੇ ਇਹਨਾਂ ਨੂੰ ਦਿਨ 'ਚ ਤਾਰੇ ਦਿਖਾ ਸਕਦਾ ਆਮ ਆਦਮੀ ਪਾਰਟੀ ਨੂੰ। ਕੈਪਟਨ ਨੇ ਫਿਰ ਦੋ ਅਲੱਗ-ਅਲੱਗ ਕੋਨੇ, ਕਿੱਥੇ ਸੰਗਰੂਰ ਤੇ ਕਿੱਥੇ ਗੁਰਦਾਸਪੁਰ, ਇਹ ਜਿਹੜੇ ਦੋ ਬੰਦੇ ਉਹਨਾਂ ਨੇ ਕੱਢੇ ਆ, ਉਹ ਨੈਚੁਰਲੀ ਕੁਝ ਨਾ ਕੁਝ ਤਾਂ ਕੈਪਟਨ ਕਾਂਗਰਸ ਲਈ ਕੁਝ ਨਾ ਕੁਝ ਤਾਂ ਚੋਣਾਂ ਦੇ ਵਿੱਚ ਰੰਗ ਦਿਖਾਣਗੇ। ਨਾਲੇ ਦੂਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਛੱਡੋ, ਜਿਸ ਟਾਈਮ ਦੇ ਉੱਤੇ ਮੋਦੀ ਸਾਹਿਬ ਦਾ ਕਿਹਾ ਜਾ ਰਿਹਾ ਕਿ ਦੌਰਾ ਪੰਜਾਬ ਦਾ ਤੈਅ ਲਗਭਗ 26 ਨੂੰ ਨਹੀਂ ਤੇ 30-31 ਦੇ ਆਸ-ਪਾਸ ਹੋ ਜਾਊਗਾ, ਫਿਰ ਕੀ ਬਣੇਗਾ? ਕਿਉਂਕਿ ਐਲਾਨ ਤਾਂ ਉਹਨਾਂ ਨੇ ਵੀ ਕਰਨੇ ਆ ਔਰ ਜ਼ਬਰਦਸਤ ਕਰਨੇ ਆ। ਉਦੋਂ ਗੇਮ ਜਿਹੜੀ ਆ ਬੜੀ ਸਪੀਡ ਨਾਲ ਪਲਟੇਗੀ। ਉਹ ਅਕਾਲੀਆਂ ਦੇ ਵਿੱਚੋਂ, ਸ਼੍ਰੋਮਣੀ ਕਮੇਟੀ ਦੇ ਇਹਨਾਂ ਦੇ ਮੈਂਬਰਾਂ ਦੇ ਵਿੱਚੋਂ ਜਿਹੜੇ ਟਿਕਟ ਸੁਖਬੀਰ ਸਿੰਘ ਬਾਦਲ ਹੋਣਾ ਨੇ ਵੱਡੀਆਂ ਤੇ ਜਿਨ੍ਹਾਂ ਦੀਆਂ ਰਹਿ ਗਈਆਂ, ਉਹ ਸਭ ਛਾਲਾਂ ਮਾਰ ਕੇ ਦੇਖਿਓ ਇੱਧਰ ਭਾਜਪਾ ਵਾਲੇ ਪਾਸੇ ਨੂੰ ਜਾਣਗੇ ਜੇ ਮੋਦੀ ਸਾਹਿਬ ਨੇ ਕੋਈ ਵੱਡਾ ਐਲਾਨ ਕਰ ਦਿੱਤਾ। ਅੱਛਾ ਦੇਸ਼ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਟੂਡੀਓ ਵਿੱਚ ਆਉਣ ਦਾ।